डाली वाले तो पग लैके ते अगे वारस बनना चाहुंदा सी। वो इत्थे गुरुद्वारा ते कब्जा करन भी आया सी। पिंड दे खजानची जगदेव सिंह दा उन्हें 30-32 लाख रुपया खादा वा, बस वो खाण दा मारा बाबे नूं थोड़े बहुते विचों बाबे नूं देते भी मैं इन्ने ना कह दियां भी बाबा इहदा तां हकदार है। 3 अदालतां दे विचों केस हारिया, फूल तो हारिया, तलवंडी साबो तो हारिया, बठिंडे ते हारिया। फैसला किते नहीं है कि कोई मोहर है कि जज दी किसी दी, वो आही चक्की फिरदा है भी मेरे हक च हो गई। हक च कुछ नहीं होया वा, सिर्फ अपील दाखिल की है। पिंड किसी भी कीमत के उत्ते जमीन नहीं देना चाहता, किसी भी संत नूं, किसी भी उस नूं जमीन नहीं देना चाहता। गुरु ग्रंथ साहब के नाम लोकल कमेटी बना के गुरुद्वारा साहब चलाया जा रहा है। RMB ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੀਤ ਸਿੰਘ। 29 ਮਈ ਨੂੰ ਇੱਕ ਆਡੀਓ ਵਾਇਰਲ ਹੁੰਦੀ ਆ ਈਸ਼ਰ ਸਿੰਘ ਤੇ MLA ਬਲਕਾਰ ਸਿੰਘ ਸਿੱਧੂ ਦੀ ਕਿਸੇ ਜ਼ਮੀਨੀ ਵਿਵਾਦ ਨੂੰ ਲੈ ਕੇ, ਤੇ ਅਸੀਂ ਅੱਜ ਉਸੇ ਪਿੰਡ ਵਿੱਚ ਪਹੁੰਚੇ ਆ ਜਿਸ ਪਿੰਡ ਦਾ ਇਹ ਪੂਰਾ ਮਾਮਲਾ ਹੈ, ਪਿੰਡ ਜਲਾਲ। ਗੱਲ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਕਿ ਇਹ ਪੂਰਾ ਮਾਮਲਾ ਕੀ ਹੈ, ਕਿਸ ਤਰ੍ਹਾਂ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਤੇ ਇਸ ਪੂਰੀ ਜ਼ਮੀਨ ਦਾ ਠੇਕਾ ਕਿੰਨਾ ਆ ਰਿਹਾ ਹੈ, ਤੇ ਇਸ ਪੂਰੇ ਜੋ ਮਾਮਲੇ ਵਿੱਚ ਗੁਰਦੁਆਰਾ ਹੈ ਉਸ ਦੀ ਕਮੇਟੀ ਦਾ ਪ੍ਰਬੰਧ ਇਸ ਸਮੇਂ ਕਿਸ ਦੇ ਹੱਥ ਵਿੱਚ। ਗੱਲ ਕਰਾਂਗੇ ਪਹਿਲਾਂ ਤਾਂ ਜੀ ਇਹ ਪੂਰਾ ਮਾਮਲਾ ਦੱਸੋ ਸਾਨੂੰ, ਕੀ ਮਾਮਲਾ ਕੀ ਆ? ਇਹ ਮਾਮਲਾ ਜੀ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਪਹਿਲਾਂ ਪ੍ਰਬੰਧ ਇਸ ਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਤ ਜਵਾਲਾ ਸਿੰਘ ਜੀ ਹੁੰਦੇ ਸੀ, ਜੋ 1993 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀਗੀ ਜੀ। ਉਹਨਾਂ ਕੋਲ ਇਹਦਾ ਪ੍ਰਬੰਧ ਸੀਗਾ। ਉਹਨਾਂ ਨੇ ਅੱਗੇ ਕਿਸੇ ਨੂੰ ਵੀ ਕੋਈ ਪੱਗ ਨਹੀਂ ਦਿੱਤੀ, ਚੇਲਾ ਨਹੀਂ ਪੈਦਾ ਕੀਤਾ। ਥੋੜ੍ਹਾ ਜਿਹਾ ਚਿਰ ਗੁਰਦੁਆਰਾ ਸਾਹਿਬ ਬੰਦ ਵੀ ਰਿਹਾ। ਉਸ ਤੋਂ ਬਾਅਦ ਪਿੰਡ ਨੇ ਗੁਰਦੁਆਰਾ ਇਹ ਖੋਲ੍ਹ ਕੇ ਲੋਕਲ ਕਮੇਟੀ ਬਣਾ ਕੇ ਇਹਦਾ ਪ੍ਰਬੰਧ ਚਲਾਇਆ ਜਾ ਰਿਹਾ। 94-95 ਤੋਂ ਲੈ ਕੇ ਹੁਣ ਤੱਕ ਲੋਕਲ ਕਮੇਟੀ ਬਣਦੀ ਹੈ ਜੀ। ਜਿਹੜਾ ਹੁਣ ਈਸ਼ਰ ਸਿੰਘ ਕੀ ਦਾਵਾ ਕਰ ਰਹੇ ਨੇ? ਈਸ਼ਰ ਸਿੰਘ ਤੁਹਾਨੂੰ ਦੱਸਦੇ ਆ ਜੀ। ਈਸ਼ਰ ਸਿੰਘ ਨੇ ਜਦੋਂ ਲੋਕਲ ਕਮੇਟੀ ਚੱਲੀ ਗਈ, ਈਸ਼ਰ ਸਿੰਘ ਨੇ ਸਨ 2003-4 ਦੇ ਵਿੱਚ ਆ ਕੇ ਦਾਵਾ ਕੀਤਾ ਕਿ ਮੈਂ ਜਵਾਲਾ ਸਿੰਘ ਦਾ ਮਤਲਬ ਮਹੰਤਾ ਮੈਨੂੰ ਪੱਗ ਦੇ ਕੇ ਗਿਆ ਹੈ। ਉਹਦਾ ਇੱਕ ਡਾਲੀ ਵਾਲਾ ਰਹਿੰਦਾ ਹੁੰਦਾ ਸੀ ਇੱਥੇ, ਉਹ ਡਾਲੀ ਵਾਲੇ ਤੋਂ ਪੱਗ ਲੈ ਕੇ ਤੇ ਅੱਗੇ ਵਾਰਸ ਬਣਨਾ ਚਾਹੁੰਦਾ ਸੀ। ਉਹ ਇੱਥੇ ਗੁਰਦੁਆਰਾ ਤੇ ਕਬਜ਼ਾ ਕਰਨ ਵੀ ਆਇਆ ਸੀ, ਪਰ ਪਿੰਡ ਨੇ ਕਬਜ਼ਾ ਨਹੀਂ ਹੋਣ ਦਿੱਤਾ। 3 ਅਦਾਲਤਾਂ ਦੇ ਵਿੱਚੋਂ ਕੇਸ ਹਾਰਿਆ, ਫੂਲ ਤੋਂ ਹਾਰਿਆ, ਤਲਵੰਡੀ ਸਾਬੋ ਤੋਂ ਹਾਰਿਆ, ਬਠਿੰਡੇ ਤੇ ਹਾਰਿਆ। ਜਦੋਂ ਹਾਰ ਕੇ ਬਹਿ ਗਿਆ ਫਿਰ ਉਹਦੀ ਕੋਈ ਚੱਲੀ ਨਹੀਂ। ਉਸ ਤੋਂ ਬਾਅਦ ਇੱਕ ਉਹ ਕਹਿੰਦਾ ਮੈਂ 2011 ਦੇ ਵਿੱਚ ਮੈਂ ਦਿੱਲੀ ਹਾਈ ਕੋਰਟ ਤੋਂ ਜਿੱਤਿਆ। ਹਾਈ ਕੋਰਟ ਨੇ ਉਹਦੀ ਅਪੀਲ ਜ਼ਰੂਰ ਮਨਜ਼ੂਰ ਕਰ ਲਈ, ਪਰ ਫੈਸਲਾ ਉਹਦੇ ਤੇ ਕੋਈ ਨਹੀਂ ਦਿੱਤਾ। ਉਹ ਫੈਸਲਾ ਦਿਖਾ ਦੇ, ਅਪੀਲ ਆ ਗਈ, ਉਹਦੀ ਅਪੀਲ ਜ਼ਰੂਰ ਮਨਜ਼ੂਰ ਕਰੀ ਵੀ ਹੈ। ਹੁਣ ਸਾਡਾ ਲੋਕਲ ਕਮੇਟੀ ਦਾ ਛੋਟਾ ਜਿਹਾ ਵਿਵਾਦ ਹੋ ਗਿਆ ਸੀ। ਅਸੀਂ ਕਮੇਟੀ ਬਦਲਣੀ ਚਾਹੁੰਦੇ ਸੀ। ਜਿਹੜੀ ਪਿਛਲੀ ਸਾਡੀ ਕਮੇਟੀ ਆ ਉਹਨੇ ਹਿਸਾਬ ਨਹੀਂ ਸੀ ਦਿੱਤਾ ਸਾਨੂੰ, ਤੇ ਇੱਥੇ ਪਿੰਡ ਦੇ ਵਿੱਚ ਇਕੱਠ ਹੋਇਆ ਵਾ ਸੀਗਾ। ਜਦੋਂ ਇਕੱਠ ਹੋਇਆ ਵਾ ਕਰਕੇ ਉਹ ਕਮੇਟੀ ਵਾਲੇ ਤੋਂ ਹਿਸਾਬ ਮੰਗਦੇ ਸੀ ਵੀ ਸਾਨੂੰ ਹਿਸਾਬ ਦੇ ਤੇ ਗੋਲਕ ਦੀਆਂ ਗੁਰੂ ਘਰ ਦੀਆਂ ਚਾਬੀਆਂ ਦੇ। ਉਹ ਬੰਦਾ ਮਤਲਬ ਅੜੀਅਲ ਸੀ। ਉਹ ਕਹਿੰਦਾ ਨਾ ਤਾਂ ਮੈਂ ਹਿਸਾਬ ਦੇਵਾਂ, ਨਾ ਮੈਂ ਅੱਜ ਦੇਵਾਂ, ਨਾ ਕੱਲ੍ਹ ਦੇਵਾਂ, ਨਾ ਗੁਰੂ ਘਰ ਦੀਆਂ ਚਾਬੀਆਂ ਦੇਵਾਂ। ਇੱਥੇ ਬੰਦਾ ਸੀ ਈਸ਼ਰ ਸਿੰਘ ਨਾਲ ਸਹਿਮਤ ਸੀ? ਨਾ ਈਸ਼ਰ ਸਿੰਘ ਨਾਲ ਨਹੀਂ, ਉਹ ਸਾਡੇ ਪਿੰਡ ਨਾਲ ਹੀ ਸਹਿਮਤ ਸੀਗਾ ਜੀ। ਬਾਅਦ ਦੇ ਵਿੱਚ ਈਸ਼ਵਰ ਸਿੰਘ ਨਾਲ ਹੋ ਗਿਆ ਜੀ। ਉਸ ਦਿਨ ਤੱਕ ਸਾਡੇ ਪਿੰਡ ਨਾਲ ਹੀ ਸਹਿਮਤ ਸੀਗਾ ਜੀ। ਅਸੀਂ ਉਹਨੂੰ ਆਖਿਆ ਵੀ ਬਈ ਬੇਸ਼ੱਕ ਤੂੰ ਪ੍ਰਧਾਨ ਰਹਿ ਪਾ, ਖਜ਼ਾਨਚੀ ਰਹਿ ਪਾ, ਪਰ ਪਿੰਡ ਨੂੰ ਹਿਸਾਬ ਇੱਕ ਵਾਰੀ ਦੇ ਦੇ। ਤੂੰ 5 ਸਾਲ ਦਾ ਹਿਸਾਬ ਨਹੀਂ ਦਿੱਤਾ। ਫਿਰ ਉਦੋਂ ਬਾਅਦ ਕਹਿੰਦਾ ਜੀ 2 ਸਾਲ ਤਾਂ ਪ੍ਰਧਾਨ ਕੋਲੇ ਹਿਸਾਬ ਸੀਗਾ। ਪ੍ਰਧਾਨ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਗਿਆ ਸੀਗਾ ਵੀ ਉਹ ਕੰਮ ਨਹੀਂ ਸੀ ਕਰ ਸਕਦਾ, ਇਹੀ ਕੰਮ ਕਰਦਾ ਸੀ ਖਜ਼ਾਨਚੀ। ਅਸੀਂ ਆਖਿਆ ਚਲੋ ਉਹ ਵੀ ਛੱਡਿਆ ਵੀ ਜਦੋਂ ਬੰਦਾ ਬਿਮਾਰ ਹੀ ਹੋ ਗਿਆ। 2 ਸਾਲ ਦਾ ਹਿਸਾਬ ਛੱਡਿਆ, 3 ਸਾਲ ਦਾ ਹਿਸਾਬ ਦੇ ਦੇ। ਉਹ ਸਾਨੂੰ ਚਾਬੀਆਂ ਫੜਾ ਕੇ ਜਦੋਂ ਇੱਥੇ ਸਥਿਤੀ ਤਣਾਅਪੂਰਨ ਹੋ ਗਈ, ਮੈਨੂੰ ਵੀ ਇੱਥੇ ਸੂਚਿਤ ਕੀਤਾ ਪਿੰਡ ਵਾਲਿਆਂ ਨੇ ਕਿ ਆਮ ਆਦਮੀ ਪਾਰਟੀ ਦੇ ਆਗੂ ਹੋਣ ਕਰਕੇ ਵੀ ਗੁਰਦੁਆਰਾ ਸਾਹਿਬ 'ਚ ਆਹ ਮਸਲਾ ਆ ਗਿਆ। ਮੈਂ ਵੀ ਮੌਕੇ 'ਤੇ ਆਇਆ, DSP ਸਾਹਿਬ ਨੂੰ ਫੋਨ ਕੀਤਾ, SHO ਨੂੰ ਕਰਿਆ ਜੀ। 15 ਮਿੰਟਾਂ 'ਚ ਪੁਲਿਸ ਇੱਥੇ ਪਹੁੰਚ ਗਈ ਜੀ, ਪਰ ਕਿਸੇ ਅਣਸਖਾਵੀ ਘਟਨਾ ਤੋਂ ਸਾਡਾ ਬਚਾਅ ਹੋ ਗਿਆ ਜੀ। ਹੁਣ ਈਸ਼ਰ ਸਿੰਘ ਕਿਉਂ ਜ਼ਮੀਨ ਦਾ ਇੱਥੇ ਦਾਵਾ ਕਰ ਰਿਹਾ ਕਿ ਜ਼ਮੀਨ ਮੇਰੇ ਨਾਲ? ਉਹੀ ਤੁਹਾਨੂੰ ਦੱਸਦੇ ਹਾਂ ਜੀ। ਉਹ ਜਦੋਂ ਇੱਥੋਂ ਮਤਲਬ ਹੋ ਗਿਆ ਆਪਣਾ ਵਿਵਾਦ ਆ ਜਿਹੜਾ, ਉਸ ਦਿਨ ਖਤਮ ਹੋ ਗਿਆ ਵੀ ਜਗਦੇਵ ਸਿੰਘ ਕਹਿੰਦਾ ਜੀ ਮੈਂ ਮਤਲਬ ਹਿਸਾਬ ਦੇਊਂਗਾ 26 ਤਰੀਕ ਨੂੰ। ਚਾਬੀਆਂ ਉਹਨੇ ਉਸ ਦਿਨ ਤੇ ਸੇਵਤੀਆਂ 26 ਤਰੀਕ ਨੂੰ ਹਿਸਾਬ ਦੇਊਂ। ਫਿਰ ਉਸ ਦਿਨ ਜਾ ਕੇ ਉਹ ਈਸ਼ਵਰ ਦਾਸ ਸੰਤ ਨਾਲ ਜਾ ਕੇ ਰਲ ਗਿਆ ਜੀ ਵੀ ਆ ਜਾਓ ਹੁਣ ਪਿੰਡ 2 ਫਾੜ ਆ ਜਾਓ, ਤੁਹਾਨੂੰ ਕਬਜ਼ਾ ਦਵਾ ਦਿਆਂਗੇ। ਉਸ ਤੋਂ ਬਾਅਦ ਕਿਸੇ ਉਹ ਕੇਸ ਅਦਾਲਤ 'ਚ ਨਹੀਂ ਜਿੱਤਿਆ ਵਾ, ਨਾ ਉਹਦਾ ਕੋਈ ਹੱਕ ਆ। ਸਾਡੇ ਕੋਲੇ ਆ ਜਮ੍ਹਾਂਬੰਦੀ ਮੌਜੂਦ ਹੈ, ਇਹਦੇ ਵਿੱਚ ਹੁਣ ਦੀ ਹੈ, ਸਾਡੇ ਕੋਲੇ 55 ਦੀ ਹੈ। ਦੋਨੇ ਜਮ੍ਹਾਂਬੰਦੀਆਂ ਤੁਹਾਨੂੰ ਦਿਖਾ ਦਿੰਦੇ। ਇਹਦੇ ਵਿੱਚ ਕਿਤੇ ਵੀ ਉਹਦਾ ਨਾਂ ਕਿਸੇ ਡੇਰੇ ਦਾ ਨਾਂ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਨਾਂ ਲੋਕਲ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਚਲਾਇਆ ਜਾ ਰਿਹਾ, ਜਿਹੜਾ ਕਿ MLA ਸਾਹਿਬ ਨੂੰ ਵਿੱਚ ਘੜੀਸਿਆ ਜਾ ਰਿਹਾ। MLA ਸਾਹਿਬ ਨੇ ਨਾ ਤਾਂ ਕੋਈ ਸਾਡੀ ਮਦਦ ਕਰੀ ਹੈ, ਨਾ ਉਹਦੀ ਕਰੀ ਹੈ। ਉਹਨਾਂ ਨੇ ਤਾਂ ਪਹਿਲੇ ਦਿਨ ਹੀ ਉਹਨਾਂ ਨੂੰ ਗਏ ਨੂੰ ਕਹਿਤਾ ਸੀ ਵੀ ਬਾਬਾ ਜੀ ਤੁਸੀਂ ਆਪਦਾ ਅਦਾਲਤ ਦੇ ਵਿੱਚ ਜਾਓ, ਮੈਂ ਇਸ ਜ਼ਮੀਨ ਦਾ ਕੁਝ ਨਹੀਂ ਕਰ ਸਕਦਾ।
ਮੇਰੇ ਕੋਈ ਹੱਥ ਵੱਸ ਨਹੀਂ ਹੈਗਾ, ਤੁਹਾਡਾ ਪੁਰਾਣਾ ਮਾਮਲਾ ਚੱਲਦਾ, ਤੁਸੀਂ ਅਦਾਲਤ ਦੇ ਵਿੱਚ ਜਾਓ। ਪਰ ਉਹਨੇ ਐਮਐਲਏ ਸਾਹਿਬ ਦਾ ਖਹਿੜਾ ਨਹੀਂ ਛੱਡਿਆ, ਬਾਰ-ਬਾਰ ਐਮਐਲਏ ਸਾਹਿਬ ਨੂੰ ਪਰੇਸ਼ਾਨ ਕਰਨ ਲੱਗ ਗਿਆ। ਉਸ ਦਿਨ ਸ਼ਾਰਟਕਟ ਆਊਟਗੋ ਕਰਕੇ ਉਹਨੇ ਵਾਇਰਲ ਕਰਤੀ। ਵੈਸੇ ਉਹਦੇ 'ਚ ਇਹ ਨਹੀਂ ਦੱਸਿਆ ਜਿਹੜੇ ਪਹਿਲਾਂ ਵਾਲੇ ਮਸਲੇ ਹੋਏ ਕਿ ਐਮਐਲਏ ਸਾਹਿਬ ਨੇ ਉਹਦੇ ਮੂਹਰੇ ਬਹੁਤ ਬੇਨਤੀਆਂ ਕੀਤੀਆਂ ਵੀ ਬਾਬਾ ਜੀ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ, ਜੇ ਕਰ ਸਕਦੀ ਹੈ ਤਾਂ ਅਦਾਲਤ ਕਰ ਸਕਦੀ ਹੈ, ਵੀ ਜਿਹੜੇ ਪਿੰਡ ਵਾਲਿਆਂ ਨੇ ਮੈਨੂੰ ਵੋਟਾਂ ਪਾਈਆਂ ਅੱਜ ਮੈਂ ਉਹਨਾਂ ਦੇ ਕੋਈ ਉਲਟ ਫੈਸਲਾ ਨਹੀਂ ਕਰਦੇ, ਤੂੰ ਅਦਾਲਤ ਦੇ ਵਿੱਚ ਚਲਿਆ ਜਾ, ਜੇ ਤੈਨੂੰ ਤੇਰਾ ਹੱਕ ਹੋਇਆ ਤੈਨੂੰ ਮਿਲ ਜੂਗਾ। ਇਸ ਕਰਕੇ ਉਹਦੇ ਨਾਲ ਵਿਵਾਦ ਹੋਇਆ। ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਵੀ ਟਾਰਗੇਟ ਕੀਤਾ ਕਿ ਬੂਟਾ ਸਿੰਘ ਉਸ ਪਿੰਡ ਦਾ ਉਹ ਬਦਮਾਸ਼ ਹੈ, ਉਹਦਾ ਪਿਓ ਅੱਤਵਾਦੀ ਸੀ, ਉਹਦਾ ਦਾਦਾ ਡਾਕੂ ਸੀ। ਇਹਨਾਂ ਜਦੋਂ ਮੇਰੇ ਪਿਤਾ ਦੀ ਮੌਤ ਹੋਈ ਆ ਮੇਰੀ 10 ਸਾਲ ਦੀ ਉਮਰ ਸੀ। ਅਸੀਂ ਆਪਦੀ ਕਮਾਈ ਨਾਲ ਆਪਦਾ ਕਾਰੋਬਾਰ ਤੋਰਿਆ। ਇੱਕ ਮੇਰਾ ਬ੍ਰਦਰ ਬਾਹਰ ਹੈ। ਅਸੀਂ ਅੱਜ ਵੀ ਕਹਿੰਦੇ ਹਾਂ ਵੀ ਸਾਡੀ ਕਿਸੇ ਪ੍ਰਾਪਰਟੀ ਦਾ ਬਿਲਕੁਲ ਤਿਆਰ ਆ, ਕਿਸੇ ਟਾਈਮ ਦਿਨ ਰਾਤ ਜਦੋਂ ਮਰਜ਼ੀ ਕੋਈ ਆ ਜਾਏ ਸਾਡੇ ਕੋਲੇ, ਅਸੀਂ ਸਰਕਾਰੀ ਏਜੰਸੀ ਅਸੀਂ ਹਿਸਾਬ ਦੇਣ ਨੂੰ ਤਿਆਰ ਆ। ਤੇ ਅਸੀਂ ਇਹ ਮੰਗ ਕਰਦੇ ਹਾਂ ਤੇ ਐਮਐਲਏ ਸਾਹਿਬ ਤੇ ਵੀ ਉਹਨੇ ਇਲਜ਼ਾਮ ਲਾਏ ਆ ਵੀ ਉਹਨਾਂ ਨੇ ਜ਼ਮੀਨ ਵੇਚਤੀ, ਉਹ ਢੋਲਕੀਆਂ ਦੇ ਵਿੱਚ ਅਸਲੀ ਪਾ ਕੇ ਲਿਜਾਂਦਾ ਸੀ। ਐਮਐਲਏ ਸਾਹਿਬ ਦੀ ਵੀ ਜਾਂਚ ਕਰੀ ਜਾ ਸਕਦੀ ਹੈ। ਜੇਕਰ ਇਸ ਗੱਲ 'ਚ 1% ਵੀ ਸੱਚਾਈ ਹੋਵੇ ਅਸੀਂ ਸਜ਼ਾਦਾਰ ਦੇ ਹੱਕਦਾਰ ਹੋਵਾਂਗੇ, ਐਮਐਲਏ ਸਾਹਿਬ ਵੀ ਹੋਊਗਾ। ਮੈਂ ਵੀ ਚਾਹੁੰਦਾ ਵੀ ਜੇਕਰ ਕੋਈ ਇਹ ਇਦਾਂ ਦਾ ਕੋਈ 2 ਨੰਬਰ ਦਾ ਸਾਡੇ ਕੋਲ ਸਾਬਤ ਹੁੰਦਾ ਤੇ ਸਾਨੂੰ ਸਜ਼ਾ ਦਿੱਤੀ ਜਾਵੇ, ਤੇ ਨਹੀਂ ਬਾਬਾ ਜੀ ਤੋਂ ਨੂੰ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ। ਸਾਡੇ ਅਕਸ ਨੂੰ ਢਾਹ ਲਿਆ ਰਿਹਾ। ਤੇ ਗੁਰਦੁਆਰਾ ਸਾਹਿਬ ਦਾ ਮਸਲਾ ਜਿਹੜਾ ਉਹ ਤਾਂ ਮਤਲਬ ਤੁਹਾਨੂੰ ਦੱਸ ਹੀ ਦਿੱਤਾ, ਉਹਦੇ 'ਚ ਕੋਈ ਰੌਲਾ ਨਹੀਂ। ਉਹ ਜੇਕਰ ਉਹਨਾਂ ਦਾ ਕੋਈ ਹੈਗਾ, ਪਹਿਲਾਂ ਵੀ ਉਹ 3 ਵਾਰੀ ਹਾਰ ਗਿਆ, ਹੁਣ ਵੀ ਅਸੀਂ ਉਹਨੂੰ ਕਿਹਾ ਵੀ ਤੂੰ ਕੋਰਟ ਦੇ ਵਿੱਚ ਚਲਿਆ ਜਾ। ਜੇਕਰ ਕੋਰਟ ਨੇ ਤੇਰੇ ਹੱਕ ਦੇ ਵਿੱਚ ਕਰਤਾ ਤੇ ਫਿਰ ਕੋਈ ਪਿੰਡ ਵਿਚਾਰ ਕਰ ਸਕਦਾ ਵੀ ਕਿਵੇਂ ਚਾਹੁੰਦਾ। ਵੈਸੇ ਸਾਡਾ ਪਿੰਡ ਉਹ ਸੰਤ ਨੂੰ ਚਾਹੁੰਦਾ ਨਹੀਂ ਬਿਲਕੁਲ, ਨਾ ਸਾਡੇ ਪਿੰਡ ਦਾ ਕੋਈ ਬੱਚਾ ਬੱਚੀ ਉਹਨੂੰ ਜਾਣਦਾ, ਕਿਉਂਕਿ ਸੰਤ ਜਵਾਲਾ ਸਿੰਘ ਨੂੰ ਜਾਣਦੇ ਸੀ। ਉਸ ਤੋਂ ਬਾਅਦ ਈਸ਼ਵਰ ਦਾਸ ਨੂੰ ਤਾਂ ਸਾਡੇ ਪਿੰਡ ਦਾ ਕੋਈ ਵੀ ਬੰਦਾ ਜਾਣਦਾ ਨਹੀਂ ਗਾ ਜੀ। ਜੀ ਜੀ ਹਾਂਜੀ ਬਾਬਾ ਜੀ, ਇਹ ਪੂਰਾ ਰੌਲਾ ਜ਼ਮੀਨ ਦਾ ਕਿੰਨੀ ਜ਼ਮੀਨ ਆ ਜੀ? ਇਹ ਜ਼ਮੀਨ ਨੂੰ ਤਾਂ ਸਾਰੀ 36 ਕਿੱਲੇ ਆ ਤੇ 12 ਮਰਲੇ ਆ। ਹਾਂ ਤੇ 12 ਮਰਲੇ ਆਏ ਜੀ ਤੇ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ। 110 ਸਾਲ ਤੋਂ ਹਾਏ ਦੇ ਮਾਲ ਦੇ ਰਿਕਾਰਡ 'ਚ ਲੱਗੀ ਵੀ ਇਹ। ਤਾਂ ਫਿਰ ਈਸ਼ਰ ਸਿੰਘ ਹੁਣ ਇਹ ਦਾਵਾ ਕਿਉਂ ਕਰ ਰਿਹਾ ਕਿ ਮੈਂ ਬਾਬਾ ਪਾਸੋਂ ਕੋਈ ਕਰੀ ਜਾਵੇ, ਝੂਠਾ ਜਿਹਦੀ ਮਰਜ਼ੀ ਕਰ ਲੈ, ਝੂਠੇ ਦਾਅਵੇ ਨੂੰ ਕੀ ਕਹਿਣਾ ਕਿਸੇ ਨੂੰ, ਝੂਠ ਕੋਈ ਮਾਰੀ ਜਾਵੇ। ਜੀ ਬਾਬਾ ਜੀ, ਤਾਂ ਇਹ ਜ਼ਮੀਨ ਹੈਗੀ ਤਕਰੀਬਨ ਦੱਸੀ ਆ ਰਹੀ ਹੈ, ਤਾਂ ਇਹਦਾ ਹੁਣ ਰੌਲਾ ਕਿਉਂ ਪੈ ਰਿਹਾ? ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਹੀ ਕਹਿ ਰਿਹਾ ਕਿ ਜੋ ਗੁਰਦੁਆਰੇ ਦੀ ਕਮੇਟੀ ਠੇਕੇ ਦੇ ਰਹੀ ਆ। 93 ਤੋਂ ਪਿੰਡ ਦਾ ਹੀ ਹੈ ਇਹ ਕਬਜ਼ਾ। ਪਿੰਡੀ ਬਹੁਤ ਕਮੇਟੀਆਂ ਗੁਰਦੁਆਰਿਆਂ ਦੀਆਂ ਡੋਡੀ ਬਣੀਆਂ ਹੋਈਆਂ। ਸਮੀਰ ਜਿਹੜਾ ਆਪਣਾ ਤੀਰਥਸਰ ਗੁਰਦੁਆਰਾ, ਉਹ ਗੁਰਦੁਆਰਾ ਸਾਹਿਬ ਦੇ ਨਾਲ ਜ਼ਮੀਨ 24.5 ਕਿੱਲੇ 12.5 ਕਿੱਲੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ, ਗੁਰੂ ਗ੍ਰੰਥ ਸਾਹਿਬ ਤੇ ਡੇਰੇ ਦਾ ਤੇ ਗੁਰਦੁਆਰੇ ਦਾ ਕਿਤੇ ਨਾਂ ਹੀ ਨਹੀਂ। ਇਹ ਤਾਂ ਪਿੰਡ ਦੇ ਮਸਲੇ ਦੇ ਪਿੰਡ ਦੀ ਜ਼ਮੀਨ ਦਿੱਤੀ ਵੀ ਆ, ਰਾਜਾ ਭਰਪੂਰ ਸਿੰਘ ਦੀ ਦਿੱਤੀ ਵੀ ਆ। ਸਾਨੂੰ ਬੁੜੇ ਦੱਸਦੇ ਹੁੰਦੇ ਰਾਜਾ ਭਰਪੂਰ ਸਿੰਘ ਨੇ ਦਿੱਤੀ ਸੀ ਜ਼ਮੀਨ। ਹਰਦਿਆਲ ਸਿੰਘ ਸਾਡੇ ਜੈਲਦਾਰ ਸੀ, ਹਰਦਿਆਲ ਸਿੰਘ ਦੇ ਆਖੇ ਉਹਨੇ ਦਿੱਤੀ ਸੀ। ਜਦੋਂ ਸਾਡੇ ਪਿੰਡ ਦੀ ਜ਼ਮੀਨ ਗੁਰਦੁਆਰਾ ਗੁਰੂ ਸਾਹਿਬ ਤੇ ਗੁਰੂ ਜੰਡ ਸਾਹਿਬ ਨੂੰ ਦਿੱਤੀ ਹੈ ਤੇ ਉਹ ਫਿਰ ਹਰਦਿਆਲ ਸਿੰਘ ਨੇ ਆਖਿਆ ਵੀ ਸਾਡੇ ਇੱਕ ਡੇਰਾ ਤੇ ਸੰਤ ਬਹੁਤ ਬੈਦ ਤਕੜਿਆ, ਜਿਹੜਾ ਸੰਤ ਸੀਗਾ ਆਪਣਾ ਗੁਲਾਬ ਸਿੰਘ, ਉਹਨੂੰ ਆਖਿਆ ਉਹਨੂੰ ਵੀ ਪੈਲੀ ਦਿਓ। ਉਹ ਫਿਰ ਰਾਜਾਂ ਦਾ ਮੈਂ ਉਹਨੂੰ ਵੀ ਦੇਊਂਗਾ ਜ਼ਮੀਨ ਜਦੋਂ ਦੂਜੇ ਦੌਰੇ ਆਇਆ। ਜਿਹੜੀ ਪਿੰਡ ਦੀ ਸੀ ਨਾ ਜ਼ਮੀਨ 3 ਪੀੜ੍ਹੀਆਂ ਤੋਂ ਉੱਤੇ ਸਰਕਾਰੀ ਹੋ ਜਾਂਦੀ ਸੀ, ਉਹ ਰਾਜੇ ਨੇ ਕੱਢ ਕੇ ਜ਼ਮੀਨ ਇਹ ਡੇਰੇ ਦੇ ਨਾਂ, ਉਹ ਗੁਰਦੁਆਰੇ ਦੇ ਨਾਂ, ਇਹ ਹੈਗੀ ਗੁਰੂ ਗ੍ਰੰਥ ਦੇ ਨਾਂ ਕਰਾਤੀ। ਉਹ ਇਹਦੇ ਵਿੱਚੋਂ ਕੋਈ ਵੇਚ ਨਹੀਂ ਸਕਦਾ। ਸਾਡੇ ਜਿਹੜਾ ਜਵਾਲਾ ਸੰਤ ਹੋਇਆ ਸੀ ਨਾ, ਉਹ ਬਹੁਤ ਤਿੱਖਾ ਬੰਦਾ ਸੀ, ਬਹੁਤ ਸੀਗਾ ਫਿਰਿਆ ਤੁਰਿਆ ਬਾ। 3 ਦਹਾਕਿਆਂ ਜ਼ਮੀਨ ਠੇਕੇ ਤੇ ਕੌਣ ਦੇ ਰਿਹਾ ਸੀ? ਅੱਗੇ ਉਹ ਠੇਕੇ ਲੈ ਰਿਹਾ, ਪੈਸੇ ਕਿੱਥੇ ਆ ਰਹੇ ਸੀ ਇਹਦੇ ਕਿਹਦੇ ਜ਼ਮੀਨ ਦੇ ਠੇਕੇ ਦੇ? ਜੀ ਜ਼ਮੀਨ ਦੇ ਠੇਕੇ ਹੁਣ ਤਾਂ ਕਮੇਟੀ ਲਾਉਂਦੀ ਆ। ਉਦੋਂ ਪਹਿਲਾਂ ਤਾਂ ਉਹ ਸਾਧ ਕੋਲ ਹੀ ਸੀਗੇ ਆਪਣੇ 1993 ਤੋਂ ਪਹਿਲਾਂ ਤਾਂ ਉਹ ਸਾਧ ਹੀ ਆਪਣਾ ਬਸ ਲਾਈ ਲੂਈ ਜਾਂਦਾ ਸੀ ਤੇ ਹੋਰ ਬੰਦਿਆਂ ਨੂੰ ਖੁਆਈ ਜਾਂਦਾ ਸੀ ਬਸ। ਤਾਂ ਤੁਹਾਡੇ ਪਿੰਡ ਵੱਲੋਂ ਕੋਈ ਸਪੋਰਟ ਕਰ ਰਿਹਾ ਈਸ਼ਰ ਨੂੰ ਕਿ ਤੁਸੀਂ ਇਹ ਕੰਮ ਕਰੋ? ਹਾਂ, ਤੁਹਾਡੇ ਪਿੰਡੋਂ ਕੋਈ ਈਸ਼ਰ ਦੀ ਕੋਈ ਸਪੋਰਟ ਕਰ ਰਿਹਾ ਕਿ ਤੁਸੀਂ ਜ਼ਮੀਨ ਤੇ ਕਬਜ਼ਾ ਕਰੋ? ਉਹ ਬੰਦੇ ਹੁਣ ਜਿਹੜੇ ਨਾਲ ਬੈਠੇ ਉਹ ਕਰਾਉਂਦੇ ਆ, ਉਹਨਾਂ ਨੂੰ ਮੁੱਲ ਲੈ ਪਿਆ ਉਹ ਬੰਦੇ। ਸੀਰਾ ਸਿੰਘ ਤੇ ਇੱਕ ਆਪਣਾ ਹੋਰ ਮੁੰਡਾ ਜਗਦੇ ਅਪਰਾਧੀ ਹਾਂ ਅਪਰਾਧੀ ਦੇ, ਤੇ ਉਹ ਸੀਰਾ ਸਿੰਘ ਉਹਦੇ ਨਾਲ ਫਿਰਦਾ। ਉਦੋਂ ਵੀ ਪਹਿਲਾਂ ਵੀ ਨਾਲ ਫਿਰਦਾ ਸੀ ਉਹਨੂੰ। ਜਦੋਂ ਪਹਿਲਾਂ ਆਇਆ ਇੱਥੇ ਆਉਂਦਾ ਸੀ ਪਿੰਡ ਨੇ ਮਗਰ ਪੈ ਕੇ ਤੇ ਸਾਰੇ ਪਿੰਡ ਸਾਡੇ ਪੈ ਗਏ ਸੀਗੇ। ਉਦੋਂ ਤਾਂ ਉਹਨੂੰ ਮਾਰ ਹੀ ਦਿੰਦੇ ਜੇ ਨਾ ਪੁਲਿਸ ਕੱਢ ਕੇ ਲੈ ਗਈ ਵੀ ਆ ਜਾ ਭੱਜ ਜਾ, ਵੀ ਬਾਹਰਲੇ ਪਿੰਡ ਆਉਣ ਲੱਗ ਗਏ। ਆ ਵੀ ਗਏ ਸੀ ਬਾਹਰਲੇ ਪਿੰਡ। ਹਾਂ, ਇਸ ਪੂਰੇ ਮਾਮਲੇ 'ਚ ਅਦਾਲਤ ਦੇ ਕੀ ਫੈਸਲੇ ਆਏ ਆ ਹੁਣ ਤੱਕ ਜੀ? ਅਦਾਲਤ ਨੇ 3 ਥਾਵਾਂ ਤੋਂ ਇੱਥੇ ਹਾਰਿਆ ਇਹ। ਆ ਚੌਥੇ ਤਾਂ ਜਦੋਂ ਉਹਨੂੰ ਹਾਈ ਕੋਰਟ ਨੇ ਕਹਿਤਾ ਵੀ ਤੂੰ ਤਾਂ ਮਾਲਕੀ ਨਹੀਂ, ਇੱਥੇ ਤੂੰ ਬੰਦੀ ਲਵਾ ਨਹੀਂ ਸਕਦਾ। ਬੰਦੀ ਲਵਾਉਣ ਗਿਆ ਸੀ, ਜਿਹੜੀ ਕਣਕ ਵਢਾਈ ਸੀ ਸਰਕਾਰ ਨੂੰ, ਸਾਬੋ ਕਿਤਲ ਮੰਡੀ ਤਹਿਸੀਲਦਾਰ ਨੇ ਵੱਢੀ ਸੀ,
ਉੱਥੇ ਬੰਦੀ ਲਾਉਣ ਗਿਆ ਸੀ ਵੀ ਪੈਸੇ ਨਾ ਕਢਾਉਣ। ਉਹ ਆਂਦਾ ਤੈਨੂੰ ਤਾਂ ਮਿਲ ਹੀ ਨਹੀਂ ਸਕਦੀ, ਇਹ ਬੰਦੀ ਲਾ ਨਹੀਂ ਸਕਦੀ। ਫਿਰ ਉਹ ਉੱਥੇ ਬੰਦੀ ਜਿਹੜੀ ਲੱਗ ਤਾਂ ਗਈ ਸੀ, ਉਹ ਫਿਰ ਦੂਜੀ ਪਾਰਟੀ ਨੂੰ ਉਹਨੇ ਫੋਨ ਕਰਕੇ ਉਹ ਬੰਦੀ ਲਵਾਈ ਸੀਗੀ, ਉਹਨੂੰ ਮਿਲੀ ਨਹੀਂ। ਦੇਖੋ ਹਾਂ ਪਤਾ ਕੀ ਗੱਲ ਹੈ, ਇਹਦਾ ਵਿਵਾਦ ਚੱਲ ਰਿਹਾ ਹੈ ਕੀ ਇਹ ਡੇਰਾ ਹੈ ਕਿ ਕੀ ਇਹ ਗੁਰਦੁਆਰਾ ਹੈ। ਠੀਕ ਹੈ, ਗੁਰਦੁਆਰਾ ਟ੍ਰਿਬਿਊਨਲ ਨੇ ਇਸ ਨੂੰ ਮਤਲਬ ਕਿ ਗੁਰਦੁਆਰਾ ਦਿਖਾਤਾ ਵੀ ਇਹ ਗੁਰਦੁਆਰਾ ਹੈ। ਠੀਕ ਹੈ, ਇਹਨਾਂ ਨੇ ਇਹ ਬੰਦਾ ਜਿਹੜਾ ਹੁਣ ਸੋ ਕਾਲਡ ਬਣਿਆ ਵਾ ਆਪਦੇ ਆਪ ਮੰਨਤੇ ਨੂੰ ਕਿਸੇ ਨੇ ਲੀਗਲ ਨਹੀਂ ਬਣਾਇਆ, ਲੀਗਲ ਨਹੀਂ, ਇਹਦੇ ਕੋਲ ਕੋਈ ਪ੍ਰੂਫ ਨਹੀਂ ਵੀ ਮੈਨੂੰ ਕਿਹਨੇ ਪੱਗ ਦਿੱਤੀ ਜਾਂ ਕੀ ਪ੍ਰੋਸੀਜਰ ਹੈ। ਪਿੰਡ ਦੀ ਕੋਈ ਸਹਿਮਤੀ ਨਹੀਂ, ਕੋਈ ਨਾ ਪਿੰਡ ਦਾ ਤਾਂ ਮਤਲਬ ਹੀ ਨਹੀਂ। ਉਹ ਵੀ ਵੈਸੇ ਵੀ ਜਿਹੜਾ ਤਰੀਕੇ ਅਪਣਾਏ ਜਾਂਦੇ ਆ ਮੰਤ ਬਣਾਉਣ ਦੇ ਜੋ ਉਹ ਉਹਨੂੰ ਛੱਡੋ। ਇਹ ਫਿਰ ਕੀ ਕੀਤਾ ਨਾ, ਜਦੋਂ ਗੁਰਦੁਆਰਾ ਟ੍ਰਿਬਿਊਨਲ ਨੇ ਹੱਕ 'ਚ ਦੇਤਾ ਵੀ ਇਹ ਗੁਰਦੁਆਰਾ ਹੈ। ਠੀਕ ਹੈ, ਉਸ ਫੈਸਲੇ ਕਿਹੜੇ ਸਾਲ ਦੀ ਗੱਲ ਹੈ? 1982 'ਚ। ਠੀਕ ਹੈ, ਹੁਣ ਉਦੋਂ ਬਾਅਦ ਕੀ ਕੀਤਾ ਇਹਨਾਂ ਨੇ, ਉਸ ਦੇ ਖਿਲਾਫ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਅਪੀਲ ਪਾਈ ਹੈ। ਅਪੀਲ ਪਾਈ 11 'ਚ। ਆਹ ਦੇਖੋ ਇਹ ਅਪੀਲ ਕੀ ਹੋ ਗਿਆ, ਦਾ ਅਪੀਲ ਇਜ਼ ਅਲਾਉਡ। ਸਾਰਾ ਆ ਤਾਂ ਦੋਨਾਂ ਦਲੀਲਾਂ ਦੋਨਾਂ ਤਰ੍ਹਾਂ ਦੀਆਂ, ਟ੍ਰਿਬਿਊਨਲ ਦੀ, ਇਹਨਾਂ ਦੀ ਵੀ ਸਾਡੀਆਂ ਸਮਾਧਾਂ ਹੁੰਦੀਆਂ ਸੀ ਇੱਥੇ ਫਲਾਣਾ ਤੇ ਸਾਰੀ ਲੰਮੀ ਗੱਲ ਜਾਣ ਦੀ ਲੋੜ ਨਹੀਂ। ਇਹ ਇੱਕ ਅਪੀਲ ਹੈ। ਤੇ ਸੁਪਰੀਮ ਕੋਰਟ ਇਸ ਤੇ ਸੁਣਵਾਈ ਕਰਨ ਲਈ ਤਿਆਰ ਹੋਇਆ। ਅਪੀਲ ਹਾਂ ਉਹਨੇ ਦਾਖਲ ਕਰ ਲਈ, ਅਪੀਲ ਦਾਖਲ ਕਰ ਲਈ, ਪਰ ਫੈਸਲਾ ਕਿਤੇ ਨਹੀਂ ਹੈ। ਕੀ ਕੋਈ ਮੋਹਰ ਹੈ ਕਿਤੇ ਜੱਜ ਦੀ ਕਿਸੇ ਦੀ? ਉਹ ਆਹੀ ਚੱਕੀ ਫਿਰਦਾ ਹੈ ਵੀ ਮੇਰੇ ਹੱਕ 'ਚ ਹੋ ਗਈ। ਹੱਕ 'ਚ ਕੁਝ ਨਹੀਂ ਹੋਇਆ ਵਾ, ਸਿਰਫ ਅਪੀਲ ਦਾਖਲ ਕੀਤੀ ਹੈ ਉਹਦੇ ਖਿਲਾਫ, ਟ੍ਰਿਬਿਊਨਲ ਦੇ ਖਿਲਾਫ। ਤੇ ਜਿਹੜੇ ਪਹਿਲਾਂ ਵਾਲੇ ਕੇਸ ਹੈ ਮੰਤ ਦੂਜੇ ਮੰਤ ਨੇ ਜਿਹੜੇ ਬਣਾਏ ਕਰੇ ਸੀਗੇ, ਉਹਨਾਂ ਤੇ ਮੋਹਰਾਂ ਲੱਗੀਆਂ ਹੋਈਆਂ। ਆਹ ਦੇਖੋ ਡਿਸਮਿਸ ਹੋਏ ਵੇ ਉਹਨਾਂ ਦਾ ਸਾਰਾ ਕੁਝ। ਰਿਵੀਜ਼ਨ ਪਟੀਸ਼ਨ ਪਾਈ ਸੀ ਉਹਨੇ ਬਠਿੰਡੇ, ਫੂਲ ਤੋਂ ਤਲਵੰਡੀ ਸਾਬੋ ਤੋਂ ਜਿੱਤ ਗਏ ਆਪਣੇ ਕਮੇਟੀ ਵਾਲੇ। ਫਿਰ ਉਹਨੇ ਰਿਵੀਜ਼ਨ ਪਟੀਸ਼ਨ ਪਾਤੀ, ਇੱਥੇ ਉਹਨਾਂ ਨੇ ਡਿਸਮਿਸ ਕਰਤੀ ਸਾਰੀ ਰਿਕਾਰਡ ਚੈੱਕ ਕਰਕੇ। ਠੀਕ ਹੈ, ਸਾਰਾ ਆਪਣੀ ਜ਼ਮੀਨ ਦਾ ਰਿਕਾਰਡ ਵਗੈਰਾ ਤੁਹਾਡਾ ਕੇਸ ਸੁਪਰੀਮ ਕੋਰਟ ਗਿਆ, ਤੁਹਾਡੇ ਪਿੰਡ ਵੱਲੋਂ ਕੋਈ ਉੱਥੇ ਗਿਆ ਸੀ ਜੀ? ਸਾਡੇ ਸਾਹਮਣੇ ਨਹੀਂ ਆਈ ਜੀ। ਸ਼੍ਰੋਮਣੀ ਕਮੇਟੀ ਕਰ ਰਹੀ ਸੀ ਪਹਿਲਾਂ ਜੀ। ਹਾਂ, ਸ਼੍ਰੋਮਣੀ ਕਮੇਟੀ ਵੀ ਰਹੇਗੀ ਇੱਥੇ, ਪਰ ਫਿਰ ਉਹ ਪਿੰਡ ਦੀ ਕਮੇਟੀ ਨੇ ਸਾਂਭ ਲਿਆ ਸਾਰਾ ਕੁਝ। ਹੁਣ ਪਿੰਡ ਦੀ ਕਮੇਟੀ ਕੋਈ ਚਲਾ ਰਹੀ ਹੈ। ਜਿਹੜਾ ਇਹ ਬੰਦਾ ਮਹੰਤ ਬਣਿਆ ਵਾ ਨਾ, ਇਹ ਤਾਂ ਆਪਦੇ ਆਪ ਬਣਿਆ ਵਾ ਇਹਦਾ, ਤੇ ਨਾ ਹੀ ਕੋਈ ਇਹਦੇ ਹੱਕ 'ਚ ਕੋਈ ਫੈਸਲਾ। ਹੁਣ ਇਸ ਨੂੰ ਚੱਕੀ ਫਿਰਦਾ ਉਹ ਅਸਲ ਵਿੱਚ। ਤੁਸੀਂ ਆਪ ਹੀ ਦੱਸ ਦਿਓ। ਇੱਕ ਅਪੀਲ ਹੈ ਕਿ ਸਾਡੀ ਅਪੀਲ ਹੈ, ਇਹਨੂੰ ਅਪੀਲ ਮੰਨਿਆ ਜਾਊਗਾ ਨਾ। ਹਾਂਜੀ, ਨਾ ਫੈਸਲਾ ਹੋਵੇ ਤਾਂ ਕੋਈ ਜੱਜ ਦਾ ਕੋਈ ਮੋਹਰ ਹੋਵੇ, ਕੋਈ ਜੱਜਮੈਂਟ ਤਾਂ ਹੋਵੇ। ਹਾਂ, ਜੱਜਮੈਂਟ ਤਾਂ ਹੋਵੇ ਨਾ। ਉਹ ਇਸੇ ਨੂੰ ਚੱਕੀ ਫਿਰਦਾ। ਤਾਂ ਫਿਰ ਬਲਕਾਰ ਸਿੱਧੂ ਨਾਲ ਕਿਉਂ ਰਾਬਤਾ ਕਰਦਾ ਐਮਐਲਏ ਸਾਹਿਬ ਨਾਲ? ਇਹ ਤਾਂ ਹੁਣ ਮੈਂ ਕੀ ਕਹਿ ਸਕਦਾ, ਕਾਹਤੋਂ ਰਾਬਤਾ ਕਰਦਾ ਉਹ? ਕੀ ਲੱਗਦਾ ਕਿ ਉਹਨੂੰ ਸਪੋਰਟ ਹੋਊਗੀ ਉਧਰੋਂ ਕੋਈ, ਜਾਂ ਲੱਗਦਾ ਹੋ ਕਿ ਮੈਂ ਹੁਣ ਇੱਥੇ ਕਬਜ਼ਾ ਕਰ ਲੂੰਗਾ ਜੀ? ਹਾਂ ਇਹ ਬਲਕਾਰ ਸਿੱਧੂ ਨੂੰ ਇਸ ਕਰਕੇ ਕਰਦਾ ਹੈ, ਜਿਹੜੀ ਜ਼ਮੀਨ ਅਸੀਂ ਲੋਕਲ ਕਮੇਟੀ ਨਵੀਂ ਬਣਾਈ ਸੀ, ਨਵੀਂ ਕਮੇਟੀ ਬਦਲੀ ਸੀ, ਨਵੀਂ ਕਮੇਟੀ ਨੇ ਜ਼ਮੀਨ ਠੇਕੇ ਤੇ ਦਿੱਤੀ। ਇਹ ਨਵੀਂ ਸਰਕਾਰ ਤੋਂ ਬਾਅਦ ਬਣਦੀ ਕਿ ਪਹਿਲਾਂ ਨਵੀਂ ਬਣਦੀ? ਸਰਕਾਰ ਤੋਂ ਬਾਅਦ ਜਦੋਂ ਕਮੇਟੀ ਨੂੰ ਠੇਕੇ ਤੇ ਦਿੱਤੀ, ਜਿਹੜਾ ਸਾਡਾ ਠੇਕੇਦਾਰ ਸੀ ਉਹਨੂੰ ਇੱਕ ਸਾਡੇ ਪਿੰਡ ਦਾ ਬਦਮਾਸ਼ ਹੈ ਲਖਵੀਰ ਸਿੰਘ ਖੀਰਾ, ਅਪਰਾਧੀ ਕਿਸਮ, ਬਹੁਤ ਸਾਰੇ ਮਾਮਲੇ ਦਰਜ ਹੈ, ਉਹਨੇ ਆ ਕੇ ਸਾਡੇ ਠੇਕੇਦਾਰ ਨੂੰ ਰੋਕਤੀ। ਜਦੋਂ ਰੋਕਤੀ ਉਹ ਡਰ ਕੇ ਚੱਲ ਭੱਜਿਆ। ਤੀਜੇ ਦਿਨ ਅਸੀਂ ਸੱਦ ਕੇ ਸਾਰੇ ਜਿੰਨੇ ਅੰਬਰਧਾਰੀ ਸਿੰਘ ਸੀਗੇ, ਉਹ 'ਚ ਨੌਜਵਾਨ ਮੁੰਡੇ ਸੀ ਜਿਨ੍ਹਾਂ ਨੇ ਬਾਹਰ-ਬੂਰ ਜਾਣਾ ਸੀਗਾ, ਇਹ ਉਹ ਇਸ ਕਰਕੇ ਡਰ ਗਏ ਵੀ ਕਿਤੇ ਸਾਡੇ ਤੇ ਪਰਚੇ ਪੁਰਚੇ ਨਾ ਹੋ ਜਾਣ, ਸਾਡਾ ਭਵਿੱਖ ਨਾ ਖਰਾਬ ਹੋ ਜੇ। ਫਿਰ ਅਸੀਂ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਬੰਦੇ ਸੀ ਉਹਨਾਂ ਨੂੰ ਮੂਹਰੇ ਲਾਇਆ, ਉਹ ਕਮੇਟੀ ਬਣਾਈ ਨਵੇਂ ਸਿਰਿਓਂ। ਉਹ ਕਹਿੰਦੇ ਵੀ ਅਸੀਂ ਜ਼ਮੀਨ ਛੱਡਣ ਨੂੰ ਤਿਆਰ ਹਾਂ, ਹੋਰ ਬੰਦੇ ਨੂੰ ਦੇਣੀ ਆ ਦੇ ਲਓ, ਵੀ ਹੋਰ ਬੰਦੇ ਨੂੰ ਦੇ ਲਓ। ਉਹ ਸਰਦੇ ਸੀਗੇ। ਅਸੀਂ ਇੱਕ ਤਾਂ ਜ਼ਮੀਨ ਨਵੇਂ ਸਿਰਿਓਂ ਠੇਕੇ ਤੇ ਦਿੱਤੀ, ਇੱਕ ਕਮੇਟੀ ਨਵੇਂ ਸਿਰਿਓਂ ਫਿਰ ਚੁਣੀ। ਤੇ ਜਿੱਦੇ ਫਿਰ ਨਵੇਂ ਸਿਰੋਂ ਕਮੇਟੀ ਚੁਣ ਕੇ ਠੇਕੇ ਤੇ ਦੇ ਕੇ ਜ਼ਮੀਨ ਵਾਹੁਣ ਗਏ, ਸਾਡੇ ਕੋਲੇ 10-12 ਟਰੈਕਟਰ ਸੀਗੇ, ਕੋਈ ਅਸੀਂ ਆਏ ਨਹੀਂ ਕਬਜ਼ਾ ਲਿਆ, ਵੈਸੇ ਹੀ ਜ਼ਮੀਨ ਵਾਹੁਣ ਗਏ ਸੀ ਉਹਦੇ ਨਾਲ। ਉਸ ਦਿਨ ਅਸੀਂ ਐਮਐਲਏ ਸਾਹਿਬ ਨੂੰ ਫੋਨ ਕੀਤਾ ਵੀ ਐਮਐਲਏ ਸਾਹਿਬ ਸਾਡੇ ਕਾਫੀ ਟਰੈਕਟਰ ਇਕੱਠੇ ਹੋਏ, 500-400 ਬੰਦਾ ਇਕੱਠਾ ਹੋਇਆ ਵਾ, ਕੋਈ ਅਣਸਖਾਵੀ ਘਟਨਾਵਾਂ ਨਾ ਵਾਪਰ ਜੇ, ਤੇ ਐਸਐਚਓ ਸਾਹਿਬ ਨੂੰ ਫੋਨ ਕਰੋ, ਡਿਪਟੀ ਸਾਹਿਬ ਨੂੰ ਫੋਨ ਕਰੋ ਵੀ ਉਹ ਆਪਣਾ ਇੱਥੇ ਨਿਗਰਾਨੀ ਰੱਖਣ। ਉਸ ਦਿਨ ਐਸਐਚਓ ਸਾਹਿਬ ਨੇ ਜਾਂ ਉਹਨਾਂ ਨੇ ਸਿਰਫ ਨਿਗਰਾਨੀ ਰੱਖੀ ਆ, ਕੋਈ ਆਏ ਨਹੀਂ ਵੀ ਉਹਨਾਂ ਨੂੰ ਰੋਕਿਆ, ਨਾ ਹੀ ਉਹ ਆਏ ਆ ਉੱਥੇ। ਅਸੀਂ ਜ਼ਮੀਨ ਵਾਹ ਕੇ ਆਏ ਆ, ਕੋਈ ਇਦਾਂ ਦੀ ਗੱਲ ਨਹੀਂ। ਕਬਜ਼ਾ ਪਹਿਲਾਂ ਵੀ ਸਾਡੇ ਕੋਲੇ ਸੀਗਾ ਕਮੇਟੀ ਕੋਲੇ, ਕਬਜ਼ਾ ਫਿਰ ਵੀ ਕਮੇਟੀ ਨੇ। ਉਹ ਤਾਂ ਇਸ ਕਰਕੇ ਲੈ ਗਏ ਵੀ ਉਹਨਾਂ ਨੇ ਡਰਾ ਕੇ ਉੱਥੋਂ ਬੰਦੇ ਭਜਾਤੇ ਸੀ, ਤਾਂ ਕਰਕੇ ਅਸੀਂ 10-12 ਟਰੈਕਟਰ ਲੈ ਗਏ ਸੀਗੇ। ਉਦੋਂ ਬਾਅਦ ਇਹ ਉਹਨਾਂ ਦੇ ਬਾਅਦ ਪੈ ਗਿਆ ਵੀ ਐਮਐਲਏ ਸਾਹਿਬ ਨੇ ਫੋਨ ਕਰਕੇ ਇਹਨਾਂ ਨੂੰ ਜ਼ਮੀਨ ਵਹਾਈ ਹੈ। ਨਹੀਂ, ਜ਼ਮੀਨ ਅਸੀਂ ਠੇਕੇਦਾਰ ਇਹਨਾਂ ਦਾ ਭਜਾਤਾ ਸੀ ਤੇ ਜ਼ਮੀਨ ਅਸੀਂ ਵਹਾਉਣੀ ਸੀਗੀ। ਪਿੰਡ ਕਿਸੇ ਵੀ ਕੀਮਤ ਦੇ ਉੱਤੇ ਜ਼ਮੀਨ ਨਹੀਂ ਦੇਣਾ ਚਾਹੁੰਦਾ, ਕਿਸੇ ਵੀ ਸੰਤ ਨੂੰ, ਕਿਸੇ ਵੀ ਉਸ ਨੂੰ ਜ਼ਮੀਨ ਨਹੀਂ ਦੇਣਾ ਚਾਹੁੰਦਾ। ਜੇਕਰ ਕਿਸੇ ਦਾ ਕੋਈ ਹੱਕ ਹੈ, ਉਹ ਅਦਾਲਤ ਦੇ ਵਿੱਚ ਜਾ ਕੇ ਆਪਦਾ ਹੱਕ ਲੈ ਸਕਦਾ। ਧੱਕੇ ਨਾਲ ਜ਼ਮੀਨ ਤੇ ਕਿਵੇਂ ਕਬਜ਼ਾ ਕਰ ਸਕਦਾ? ਸਾਡੇ ਪਿੰਡ ਨੇ 1800 ਵੋਟ ਪਾਰਟੀ ਨੂੰ ਪਾਈ ਹੈ, ਤੇ ਫਿਰ ਸਾਡਾ ਹੱਕ ਨਹੀਂ ਬਣਦਾ ਸਾਡੇ ਐਮਐਲਏ ਕੋਲੇ ਜਾਣ ਦਾ? ਜਦੋਂ ਸਾਡੇ ਕੋਲੇ ਕੋਈ ਦੁੱਖ ਤਕਲੀਫ ਆਉਂਦੀ ਹੈ, ਉਹਦੇ ਕੋਲੇ ਅਸੀਂ ਜਾਣਾ ਤੇ ਉਹਨੇ ਸਾਡੀ ਗੱਲ ਸੁਣਨੀ ਹੈ। ਉਹਨੂੰ ਇਸ ਮਾਮਲੇ ਦਾ ਵੀ ਪੂਰਾ ਪਤਾ ਨਹੀਂ। ਹੁਣ ਥੋੜਾ ਬਹੁਤਾ ਪਤਾ ਲੱਗਿਆ ਜਿਸ ਟਾਈਮ ਤੇ ਬਾਬਾ ਜਾ ਕੇ ਉਹਨੂੰ ਬਵਾਦਾਂ ਦੇ ਵਿੱਚ ਘੇਰਦਾ,
ਐਮਐਲਏ ਸਾਹਿਬ ਨੂੰ ਕਿਸੇ ਵੀ ਇਸ ਰੌਲੇ ਦਾ ਪੂਰਾ ਨਹੀਂ ਸੀ ਪਤਾ ਵੀ ਇਹ ਰੌਲਾ ਕੀ ਆ। ਇੱਕ ਜ਼ਰੂਰ ਪਤਾ ਸੀ ਉਹਨੂੰ ਵੀ ਪਿੰਡ ਵਾਲੇ ਸਾਰੇ ਇੱਕ ਪਾਸੇ ਹੈ, ਵੀ ਪਿੰਡ ਵਾਲੇ ਸਾਹਿਬ ਨੂੰ ਲੈ ਕੇ ਕਿਸੇ ਪੁਲਿਸ ਅਧਿਕਾਰੀ ਨੂੰ ਮਿਲੇ ਸੀ ਕਦੇ? ਐਸਐਸਪੀ ਨੂੰ ਮਿਲੇ ਹੋਣ, ਡੀਐਸਪੀ ਨੂੰ ਮਿਲੇ ਹੋਣ ਕਿ ਸਾਡਾ ਵਿਵਾਦ ਚੱਲ ਰਿਹਾ, ਕੋਈ ਹੱਲ ਕਰਵਾਓ ਇਹਦਾ? ਨਹੀਂ, ਬਾਬੇ ਨਾਲ ਸਾਡਾ ਕੋਈ ਵਿਵਾਦ ਨਹੀਂ, ਸਾਡੇ ਖਜ਼ਾਨਚੀ ਨਾਲ ਸੀ। ਉਹਨੂੰ ਅਸੀਂ 17/5 ਨੂੰ ਅਸੀਂ ਐਪਲੀਕੇਸ਼ਨ ਉਹਦੇ ਖਿਲਾਫ ਦੇ ਕੇ ਆਏ ਹਾਂ, ਤੇ ਬਾਬੇ ਨਾਲ ਤਾਂ ਸਾਡਾ ਕੋਈ ਵਿਵਾਦ ਹੈ ਹੀ ਨਹੀਂ। ਸਾਹਮਣੇ ਮੱਥੇ ਤਾਂ ਨਾ ਅਸੀਂ ਬਾਬਾ ਕਦੇ ਦੇਖਿਆ, ਨਾ ਸਾਨੂੰ ਮਿਲਿਆ, ਨਾ ਕੋਈ ਸਾਡੇ ਪਿੰਡ ਦਾ ਜਾਣਦਾ। ਉਹ ਤਾਂ ਬਾਹਰੇ-ਬਾਹਰ ਹੀ ਬਾਬੇ ਨਾਲ ਤਾਂ ਸਾਡਾ ਕੋਈ ਸਿੱਧੀ ਗੱਲਬਾਤ ਤਾਂ ਕਦੇ ਨਹੀਂ ਹੋਈ। ਸਾਡੀ ਵਿਵਾਦ ਆ ਜਿਹੜਾ ਮੇਨ, ਉਹ ਸਾਡੇ ਪਿੰਡ ਦੇ ਖਜ਼ਾਨਚੀ ਜਗਦੇਵ ਸਿੰਘ ਦਾ। ਉਹਨੇ 30-32 ਲੱਖ ਰੁਪਈਆ ਖਾਦਾ ਵਾ, ਬਸ ਉਹ ਖਾਣ ਦਾ ਮਾਰਾ ਬਾਬੇ ਨੂੰ ਥੋੜ੍ਹੇ ਬਹੁਤੇ ਵਿੱਚੋਂ ਬਾਬੇ ਨੂੰ ਦੇਤੇ ਵੀ ਮੈਂ ਇੰਨੇ ਨਾ ਕਹਿ ਦਿਆਂ ਵੀ ਬਾਬਾ ਇਹਦਾ ਤਾਂ ਹੱਕਦਾਰ ਹੈ। ਉਹੀ ਉਹ ਬਾਬੇ ਨੂੰ ਲਿਆ ਰਿਹਾ, ਹੋਰ ਕਿਸੇ ਕਿਸਮ ਦਾ ਕੋਈ ਵਿਵਾਦ ਨਹੀਂ। ਐਮਐਲਏ ਸਾਹਿਬ ਨੂੰ ਤਾਂ ਬਦਨਾਮ ਕਰਨ ਦੀ ਤੇ ਇੱਕ ਮੈਨੂੰ ਬਦਨਾਮ ਕਰਨ ਦੀ ਹੈ ਵੀ ਇਹ ਪਿੱਛੇ ਹਟ ਜਾਣ ਤੇ ਅਸੀਂ ਜ਼ਮੀਨ ਤੇ ਕਬਜ਼ਾ ਕਰ ਲਈਏ, ਬਸ ਇਹੀ ਕਾਰਨ ਆ। ਅਸੀਂ ਕੋਈ ਨਜਾਇਜ਼ ਕਬਜ਼ਾ ਨਾ ਤਾਂ ਅੱਜ ਕਰਵਾਇਆ, ਨਾ ਕੱਲ੍ਹ ਕਰਵਾਇਆ, ਨਾ ਹੀ ਕਰਵਾਈਏ ਇੱਦਾਂ ਦੀ। ਪਰ ਜਿਹੜਾ ਹੱਕ ਪਿੰਡ ਦਾ, ਉਹ ਉਹਨਾਂ ਨੂੰ ਜ਼ਮੀਨ ਕਿਵੇਂ ਵਹਾ ਦਿੱਤੀ ਜਾਵੇ, ਬਸ ਇਹੀ ਰਹੋ। ਧੰਨਵਾਦ। ਹਾਂਜੀ, ਓਕੇ, ਧੰਨਵਾਦ। ਤਾਂ ਇਹ ਪੂਰਾ ਮਾਮਲਾ ਸੀ ਪਿੰਡ ਦਾ ਕਿ ਪਿੰਡ ਦੇ ਕੋਲ ਪੁਰਾਣੀ ਜ਼ਮੀਨ ਹੈ ਤੇ ਬਾਬਾ ਈਸ਼ਰ ਆ ਕੇ ਇੱਥੇ ਜੋ ਦਬਦਬਾ ਕਰਨਾ ਚਾਹੁੰਦਾ ਹੈ ਕਿ ਮੈਂ ਜ਼ਮੀਨ ਠੇਕੇ ਤੇ ਲੈ ਉਹ ਦਿੱਤਾ ਜਾ ਰਿਹਾ ਹੈ, ਉਹਦੇ ਪੈਸੇ ਮੇਰੇ ਕੋਲ। ਪਰ ਪਿੰਡ ਇੱਕ ਪਾਸੇ ਹੈ ਕਿ ਇਹ ਪੂਰੀ ਜ਼ਮੀਨ ਹੈ ਜੋ ਪਿੰਡ ਦੇ ਹੀ ਗੁਰਦੁਆਰਾ ਦੀ ਹੈ। ਜਿਹੀਆਂ ਹੋਰ ਖਬਰਾਂ ਤੇ ਵੀਡੀਓ ਲਈ ਬਣੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਧੰਨਵਾਦ।